हाँ जी दोस्तों, की हाल है। स्वागत करते हैं तुहाडा अपने चैनल मानवुड दे विच। दोस्तों, एक गल तां तुसीं हमेशा सुणदे ही होवोगे कि जेकर चंगियाई है तां बुराई भी है, जेकर भगवान है तां शैतान भी जरूर है। दोस्तों, भगवान दे होण दा सबूत तां सानूं हर एक जगह ते मिल ही जांदा है, जिवें धार्मिक जगहावां, धार्मिक पुस्तकां, गीता, कुरान, बाइबल आदि, जो कि सारी दुनिया के सामने ही हैं। उत्थे ही शैतान दे होण दे भी काफ़ी सबूत ने, पर उन्हां नूं दुनिया तो लुकाया जाता है, क्योंकि शायद ये मन्निया जाता है कि जिस दी जिन्नी ज़्यादा मन्नत होवेगी उसनूं उन्नी ही ज़्यादा पावर मिलती जाएगी, यानी उन्ना ही ज़्यादा शक्तिवान हुंदा जाएगा। शैतान दे होण दा यह एक बहुत वड्डा सबूत है, जिस दे बारे अज आपां गल करन जा रहे हैं, जिस नूं आपां शैतान दी बाइबल कहंदे हां, अते इस दा नाम है कोडेक्स गीगास। हाँ जी, यह एक किताब है जिहड़ी कि शैतान वल्लों अपने पैरोकारां वास्ते यानी अपने मनण वालियां वास्ते लिखी गई सी। एक गल शुरू हुंदी है जुलाई 1648 तो, जिथे कि स्वीडिश दी सेना ने प्राग शहर दे उत्ते हमला किया अते उत्थों सारे दा सारा खजाना अते होर कीमती समान लुट लिया, जिस दे विच एक किताब भी सी जिहड़ी कि 3 फुट लंबी, 1.5 फुट चौड़ी ਅਤੇ 8.7 ਇੰਚ ਮੋਟੀ ਸੀ। ਇਸ ਕਿਤਾਬ ਦੀ ਜਿਲਦ ਚਮੜੇ ਦੀ ਬਣੀ ਹੋਈ ਸੀ, ਜਿਸ ਨੂੰ ਉੱਤੇ ਲੱਕੜ ਅਤੇ ਹੋਰ ਮੈਟਲ ਦੇ ਨਾਲ ਸਜਾਇਆ ਜਾਂ ਫਿਰ ਸਟਿਚ ਕੀਤਾ ਹੋਇਆ ਸੀਗਾ। ਇਸ ਕਿਤਾਬ ਦੇ ਬਾਰੇ ਮਸ਼ਹੂਰ ਹੈ ਕਿ ਇਸ ਕਿਤਾਬ ਨੂੰ ਬਣਾਉਣ ਵਾਸਤੇ 160 ਗਧਿਆਂ ਨੂੰ ਮਾਰ ਕੇ ਉਹਨਾਂ ਦੀ ਚਮੜੀ ਉਧੇੜੀ ਗਈ ਅਤੇ ਇਸ ਤੋਂ ਪੰਨੇ ਤਿਆਰ ਕੀਤੇ ਗਏ, ਜਿਨ੍ਹਾਂ ਦੇ ਉੱਤੇ ਲਿਖ ਕੇ ਇਸ ਪੁਸਤਕ ਦਾ ਕੰਮ ਪੂਰਾ ਕੀਤਾ ਗਿਆ ਸੀ। ਅਤੇ ਇਸ ਪੁਸਤਕ ਦੇ ਪੂਰੇ 130 ਪੰਨੇ ਸਨ ਪਹਿਲਾਂ, ਅਤੇ ਹੁਣ 120 ਪੰਨੇ ਹਨ, ਵਿੱਚੋਂ 10 ਪੰਨੇ ਗਾਇਬ ਹਨ। ਇਸ ਕਿਤਾਬ ਦੇ ਉੱਤੇ 3 ਰੰਗਾਂ ਦੀ ਸਿਆਹੀ ਵਰਤੀ ਗਈ ਹੈ, ਜਿਵੇਂ ਕਿ ਕਾਲਾ, ਲਾਲ ਅਤੇ ਹਰਿਆ ਰੰਗ, ਅਤੇ ਇਹਨਾਂ ਦੇ ਪੰਨਿਆਂ ਦੇ ਉੱਤੇ ਕਲਾਕ੍ਰਿਤੀਆਂ ਦੇ ਨਾਲ ਸਜਾਵਟ ਕੀਤੀ ਹੋਈ ਹੈ। ਇਸ ਦੇ ਕੁਝ ਪੰਨਿਆਂ ਦੇ ਉੱਤੇ ਇਕੱਲਾ ਲਿਖਿਆ ਹੋਇਆ ਹੈ ਅਤੇ ਕਿਸੇ ਪੰਨਿਆਂ ਉੱਤੇ ਸ਼ੈਤਾਨੀ ਚਿੰਨ੍ਹਾਂ ਦੀ ਮੂਰਤ ਬਣਾਈ ਹੋਈ ਹੈ। ਇਸ ਵਿੱਚ ਬਾਈਬਲ ਤੋਂ ਵੀ ਬਹੁਤ ਕੁਝ ਲੈ ਕੇ ਲਿਖਿਆ ਹੋਇਆ ਹੈ, ਅਤੇ ਇਸ ਦੇ ਨਾਲ ਹੀ ਜਾਦੂ ਟੂਣੇ, ਮੈਜਿਕ, ਐਕਸੋਰਸਿਜ਼ਮ ਬਾਰੇ ਵੀ ਵਿਸਥਾਰ ਦੇ ਨਾਲ ਲਿਖਿਆ ਹੋਇਆ ਹੈ। ਐਕਸੋਰਸਿਜ਼ਮ ਹੁੰਦਾ ਹੈ ਸ਼ੈਤਾਨ ਨੂੰ ਕਿਸੇ ਵੀ ਇਨਸਾਨ ਦੇ ਸਰੀਰ ਦੇ ਵਿੱਚ ਭੇਜਣਾ ਅਤੇ ਉਸ ਚੋਂ ਕੱਢਣਾ, ਸ਼ੈਤਾਨ ਨੂੰ ਧਰਤੀ ਤੇ ਬੁਲਾਉਣਾ ਜਾਂ ਵਾਪਸ ਭੇਜਣਾ। ਇਸ ਕੰਮ ਵਾਸਤੇ ਵਰਤੇ ਜਾਂਦੇ ਮੰਤਰ ਤੰਤਰ ਅਤੇ ਹੋਰ ਜਾਦੂ ਟੂਣਿਆਂ ਨੂੰ ਅਸੀਂ ਐਕਸੋਰਸਿਜ਼ਮ ਕਹਿੰਦੇ ਹਾਂ। ਜੇਕਰ ਅਜੇ ਵੀ ਯਕੀਨ ਨਹੀਂ ਹੋਇਆ ਤਾਂ ਹੋਰ ਦੱਸਦੇ ਹਾਂ। ਇਸ ਕਿਤਾਬ ਨੂੰ ਇੱਕ ਹੀ ਵਿਅਕਤੀ ਨੇ ਇੱਕ ਹੀ ਰਾਤ ਦੇ ਵਿੱਚ ਲਿਖਿਆ ਹੋਇਆ ਸੀ। ਹਾਂਜੀ, 160 ਗਧਿਆਂ ਨੂੰ ਇੱਕ ਹੀ ਰਾਤ ਦੇ ਵਿੱਚ ਮਾਰਨਾ, ਉਹਨਾਂ ਦੀ ਖੱਲ ਉਤਾਰਨੀ, ਫਿਰ ਪੇਜ ਬਣਾਉਣੇ ਅਤੇ ਫਿਰ ਉਹਨਾਂ ਉੱਤੇ ਲਿਖਣਾ। ਤੁਸੀਂ ਸੋਚਦੇ ਹੋਵੋਗੇ ਕਿ ਇਹ ਕੰਮ ਕਿਵੇਂ ਮੁਮਕਿਨ ਹੈ, ਇੱਕ ਹੀ ਵਿਅਕਤੀ ਇੰਨੀ ਵੱਡੀ ਕਿਤਾਬ ਕਿਵੇਂ ਲਿਖ ਸਕਦਾ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਇਸ ਕਿਤਾਬ ਦੀ ਜੋ ਹੈਂਡ ਰਾਈਟਿੰਗ ਹੈ, ਯਾਨੀ ਜੋ ਲਿਖਾਵਟ ਹੈ, ਉਹ ਇੱਕ ਹੀ ਤਰ੍ਹਾਂ ਦੀ ਹੈ। ਜਿਵੇਂ ਦੇ ਅੱਖਰ ਪਹਿਲੇ ਪੰਨੇ ਤੇ ਹਨ, ਉਵੇਂ ਹੀ ਵਿਚਕਾਰਲੇ ਪੰਨੇ ਤੇ ਅਤੇ ਉਵੇਂ ਹੀ ਅੰਤ ਦੇ ਪੰਨੇ ਉੱਤੇ, ਯਾਨੀ ਕਿ ਸਾਰੀ ਕਿਤਾਬ ਦੇ ਉੱਤੇ ਸਾਰੇ ਅੱਖਰ ਅਤੇ ਸਜਾਵਟ ਇੱਕੋ ਜਿਹੇ ਹਨ, ਸੇਮ ਟੂ ਸੇਮ। ਇਹ ਸਾਰੀ ਲੈਟਿਨ ਭਾਸ਼ਾ ਦੇ ਵਿੱਚ ਲਿਖੀ ਗਈ ਹੈ। ਖੋਜਕਾਰ ਦੱਸਦੇ ਹਨ ਕਿ ਇੱਕ ਆਦਮੀ ਜੇਕਰ ਲਗਾਤਾਰ ਲਿਖਦਾ ਰਹੇ ਤਾਂ ਉਸ ਨੂੰ 5 ਸਾਲ ਲੱਗ ਜਾਣਗੇ ਇਹ ਕਿਤਾਬ ਦੁਬਾਰਾ ਲਿਖਣ ਦੇ ਵਾਸਤੇ, ਅਤੇ ਜੇਕਰ ਮੂਰਤੀਆਂ, ਸਜਾਵਟ ਅਤੇ ਹੋਰ ਕਲਾਕ੍ਰਿਤੀਆਂ ਨੂੰ ਮਿਲਾ ਕੇ, ਚਮੜੇ ਨੂੰ ਪੰਨੇ ਬਣਾਉਣ ਦੇ ਕੰਮ ਨੂੰ ਮਿਲਾ ਕੇ ਜੇਕਰ ਦੇਖਿਆ ਜਾਵੇ ਤਾਂ ਇੱਕ ਵਿਅਕਤੀ ਨੂੰ 30 ਸਾਲ ਲੱਗ ਜਾਣਗੇ ਇਸ ਕਿਤਾਬ ਨੂੰ ਤਿਆਰ ਕਰਨ ਦੇ ਲਈ। 30 ਸਾਲ ਦਾ ਕੰਮ ਇੱਕ ਰਾਤ ਵਿੱਚ। ਆਓ ਤੁਹਾਨੂੰ ਦੱਸਦੇ ਹਾਂ ਇਸ ਦੀ ਕਹਾਣੀ। 1300 ਦੇ ਦੌਰ ਵਿੱਚ ਇੱਕ ਮੌਂਕ ਵਿਅਕਤੀ, ਜਿਹੜਾ ਕਿ ਜਾਦੂ ਟੂਣੇ, ਸ਼ੈਤਾਨੀ ਕੰਮਾਂ ਦੇ ਵਿੱਚ ਮਾਹਿਰ ਸੀ, ਉਸਨੇ ਆਪਣੇ ਹੀ ਸ਼ਹਿਰ ਉੱਤੇ ਜਾਦੂ ਟੂਣੇ ਕਰਨੇ ਸ਼ੁਰੂ ਕਰ ਦਿੱਤੇ ਸਨ। ਤਾਂ ਰਾਜੇ ਨੇ ਉਸ ਨੂੰ ਫੜ ਕੇ ਜਿੰਦਾ ਦੀਵਾਰ ਦੇ ਵਿੱਚ ਦਫਨ ਕਰਨ ਦੀ ਸਜ਼ਾ ਸੁਣਾਈ। ਅਗਲੇ ਦਿਨ ਸਜ਼ਾਏ ਮੌਤ ਦੇਣੀ ਸੀ, ਪਰ ਉਸਨੇ ਰਾਜੇ ਦੇ ਅੱਗੇ ਫਰਿਆਦ ਕੀਤੀ ਕਿ ਰਹਿਮ ਕੀਤਾ ਜਾਵੇ ਅਤੇ ਉਸ ਨੂੰ ਬਖਸ਼ਿਆ ਜਾਵੇ, ਪਰ ਰਾਜੇ ਨੇ ਉਸ ਦੀ ਇੱਕ ਨਾ ਮੰਨੀ। ਤਾਂ ਉਸਨੇ ਰਾਜੇ ਨੂੰ ਕਿਹਾ ਕਿ ਜੇਕਰ ਉਹ ਉਸ ਦੇ ਰਾਜ ਦੀ ਸ਼ਾਨ ਵਧਾਵੇ, ਯਾਨੀ ਉਹ ਇੱਕ ਕਿਤਾਬ ਉਸ ਨੂੰ ਲਿਖ ਕੇ ਦੇਵੇ ਜਿਹੜੀ ਕਿ ਉਹ ਆਪਣੇ ਰਾਜ ਦੇ ਵਿੱਚ ਰੱਖ ਕੇ ਉਸ ਦੀ ਸ਼ਾਨ ਵਧਾ ਸਕੇ, ਤਾਂ ਉਸ ਨੂੰ ਮਾफ़ ਕੀਤਾ ਜਾ ਸਕਦਾ ਹੈ। ਤਾਂ ਰਾਜੇ ਨੇ ਕਿਹਾ ਕਿ 1 ਰਾਤ ਦਾ ਸਮਾਂ ਹੈ ਤੇਰੇ ਕੋਲ,
ਤੂੰ ਜਿਵੇਂ ਵੀ ਮੈਨੂੰ ਖੁਸ਼ ਕਰੇਗਾ ਕਰ ਲੈ, ਤਾਂ ਫਿਰ ਤੈਨੂੰ ਸਜ਼ਾਏ ਮੌਤ ਨਹੀਂ ਮਿਲੇਗੀ। ਤਾਂ ਉਸ ਵਿਅਕਤੀ ਨੇ ਰਾਤ ਨੂੰ ਕਿਤਾਬ ਲਿਖਣੀ ਸ਼ੁਰੂ ਕਰ ਦਿੱਤੀ। ਜਦੋਂ ਅੱਧੀ ਰਾਤ ਹੋਈ ਤਾਂ ਕਿਤਾਬ ਬਹੁਤ ਥੋੜੀ ਲਿਖੀ ਗਈ ਸੀ। ਤਾਂ ਉਸ ਨੂੰ ਪਤਾ ਲੱਗ ਗਿਆ ਕਿ ਇਹ ਕੰਮ ਅਸੰਭਵ ਹੈ। ਤਾਂ ਉਸ ਨੇ ਫਿਰ ਤੋਂ ਫਰਿਆਦ ਕੀਤੀ। ਇਹ ਫਰਿਆਦ ਭਗਵਾਨ ਅੱਗੇ ਨਹੀਂ, ਯਾਨੀ ਨਰਕ ਦੇ ਸ਼ੈਤਾਨ ਲੂਸੀਫਰ ਦੇ ਅੱਗੇ ਸੀ, ਜਿਸ ਨੂੰ ਨਰਕ ਦਾ ਰਾਜਾ ਕਿਹਾ ਜਾਂਦਾ ਹੈ। ਉਸ ਨੇ ਲੂਸੀਫਰ ਨੂੰ ਕਿਹਾ ਕਿ ਉਹ ਉਸ ਦੀ ਮਦਦ ਕਰੇ, ਬਦਲੇ ਵਿੱਚ ਇਹ ਆਪਣੀ ਆਤਮਾ ਲੂਸੀਫਰ ਦੇ ਕੋਲ ਗਿਰਵੀ ਰੱਖ ਦੇਵੇਗਾ। ਲੂਸੀਫਰ ਨੇ ਇਸ ਦੀ ਇਹ ਸ਼ਰਤ ਮੰਨ ਲਈ ਅਤੇ ਉਸ ਨੂੰ ਇੱਕ ਕਿਤਾਬ ਲਿਖਣ ਦੇ ਵਿੱਚ ਮਦਦ ਕੀਤੀ, ਯਾਨੀ ਸ਼ੈਤਾਨ ਨੇ ਆਪ ਇਹ ਕਿਤਾਬ ਲਿਖੀ, ਜਿਸ ਦੇ ਉੱਪਰ ਉਸ ਦਾ ਨਾਮ ਲਿਖਿਆ ਗਿਆ ਕੋਡੈਕਸ ਗੀਗਾਸ। ਸਵੇਰ ਨੂੰ ਉਸ ਨੇ ਆਪਣੇ ਰਾਜੇ ਨੂੰ ਇਹ ਕਿਤਾਬ ਦੇ ਦਿੱਤੀ, ਜਿਹੜੀ ਕਿ ਉਸ ਨੂੰ ਪਸੰਦ ਵੀ ਆਈ। ਇਹ ਸ਼ੈਤਾਨ ਦੀ ਕਿਤਾਬ ਹੈ। ਇਸ ਦਾ ਪਤਾ ਇਸ ਦੇ ਇੱਕ ਪੰਨੇ ਤੋਂ ਵੀ ਲੱਗਦਾ ਹੈ, ਜਿਸ ਤੇ 19 ਇੰਚ ਲੰਬੀ ਸ਼ੈਤਾਨ ਦੀ ਮੂਰਤ ਬਣਾਈ ਹੋਈ ਹੈ, ਜਿਸ ਦੇ ਵਿੱਚ ਧੜ ਇਨਸਾਨ ਦਾ, ਚਿਹਰਾ ਸ਼ੈਤਾਨ ਦਾ ਹੈ। ਇਸ ਦੇ ਸਿਰ ਉੱਤੇ ਅਲੱਗ ਹੀ ਕਿਸਮ ਦਾ ਤਾਜ ਹੈ। ਇਸ ਦੀਆਂ 2 ਜ਼ਬਾਨਾਂ ਬਾਹਰ ਨੂੰ ਕੱਢੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਅਤੇ ਇਸ ਦੇ ਹੱਥ ਪੈਰਾਂ ਦੇ ਨਹੁੰ ਅਤੇ ਸਿਰ ਦੇ ਸਿੰਗ ਖੂਨ ਦੇ ਨਾਲ ਲੱਥਪੱਥ ਹੋਏ ਹਨ। ਇਸ ਨੇ ਅਰਮਾਨ ਲਾਈਨ ਦਾ ਕੱਪੜਾ ਪਹਿਨਿਆ ਹੋਇਆ ਹੈ, ਜੋ ਕਿ ਉਸ ਵੇਲੇ ਸਿਰਫ ਰਾਜੇ ਮਹਾਰਾਜੇ ਪਹਿਨਦੇ ਸਨ, ਜਿਸ ਤੋਂ ਦੇਖ ਕੇ ਖੋਜਕਾਰ ਦੱਸਦੇ ਹਨ ਕਿ ਇਹ ਹਨੇਰੇ ਦਾ ਰਾਜਾ ਹੈ। ਅਤੇ ਇਸ ਦੇ ਸਾਹਮਣੇ ਵਾਲੇ ਪੰਨੇ ਦੇ ਉੱਤੇ ਇੱਕ ਸ਼ਹਿਰ ਬਣਿਆ ਹੋਇਆ ਹੈ। ਮਤਲਬ ਤੁਹਾਡੀ ਇੱਛਾ ਹੈ ਕਿ ਤੁਸੀਂ ਦੋਨਾਂ ਵਿੱਚੋਂ ਕਿਹੜੀ ਸਾਈਡ ਨੂੰ ਜਾਣਾ ਚਾਹੁੰਦੇ ਹੋ। ਅਤੇ ਹੁਣ ਗੱਲ ਕਰਦੇ ਹਾਂ ਇਸ ਦੇ ਪੰਨਿਆਂ ਦੇ ਬਾਰੇ, ਯਾਨੀ ਕਿ ਪਹਿਲਾਂ 130 ਸਨ ਅਤੇ ਹੁਣ 120 ਪੰਨੇ ਰਹਿ ਗਏ ਹਨ, ਜਿਨ੍ਹਾਂ ਵਿੱਚੋਂ 10 ਪੰਨੇ ਫਾੜ ਦਿੱਤੇ ਗਏ। ਕਿਹਾ ਜਾਂਦਾ ਹੈ ਕਿ ਇਹਨਾਂ ਪੰਨਿਆਂ ਨੂੰ ਫਾੜਨਾ ਬਹੁਤ ਜ਼ਰੂਰੀ ਸੀ, ਕਿਉਂਕਿ ਇਹਨਾਂ ਉੱਪਰ ਸ਼ੈਤਾਨ ਨੂੰ ਧਰਤੀ ਤੇ ਬੁਲਾਉਣ ਦੀ ਵਿਧੀ ਲਿਖੀ ਹੋਈ ਸੀ। ਦੋਸਤੋ, ਜਿੱਥੇ ਤੱਕ ਗੱਲ ਕਰੀਏ ਆਤਮਾ ਗਿਰਵੀ ਰੱਖਣ ਦੀ, ਤਾਂ ਇਲੂਮੀਨਾਟੀ ਦੇ ਲੋਕ ਵੀ ਮੰਨਦੇ ਹਨ ਕਿ ਸ਼ੈਤਾਨੀ ਦੁਨੀਆ ਦੇ ਵਿੱਚ ਸ਼ਾਮਲ ਹੋਣ ਵਾਸਤੇ ਸ਼ੈਤਾਨ ਦੇ ਕੋਲ ਆਤਮਾ ਗਿਰਵੀ ਰੱਖਣੀ ਪੈਂਦੀ ਹੈ। ਇਸ ਦੇ ਨਾਲ ਹੀ ਕਈ ਕਿਤਾਬਾਂ, ਫਿਲਮਾਂ ਅਤੇ ਐਕਸੋਰਸਿਜ਼ਮ ਦੇ ਵਿੱਚ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਹੈ। ਜੇਕਰ ਹੁਣ ਤੁਸੀਂ ਇਸ ਕਿਤਾਬ ਨੂੰ ਦੇਖਣਾ ਚਾਹੁੰਦੇ ਹੋ ਤਾਂ ਚੈੱਕ ਰਿਪਬਲਿਕ ਦੀ ਨੈਸ਼ਨਲ ਲਾਇਬ੍ਰੇਰੀ ਦੇ ਵਿੱਚ ਜਾ ਕੇ ਦੇਖ ਸਕਦੇ ਹੋ, ਅਤੇ ਜੇਕਰ ਘਰ ਬੈਠੇ ਦੇਖਣਾ ਚਾਹੁੰਦੇ ਹੋ ਤਾਂ ਫਿਰ ਨੈਸ਼ਨਲ ਜੀਓਗ੍ਰਾਫੀ ਦੇ ਚੈਨਲ ਉੱਤੇ ਜਾ ਕੇ ਦੇਖ ਸਕਦੇ ਹੋ, ਕਿਉਂਕਿ ਨੈਸ਼ਨਲ ਜੀਓਗ੍ਰਾਫੀ ਨੇ ਵੀ ਇਸ ਦੇ ਉੱਤੇ ਡਾਕੂਮੈਂਟਰੀ ਤਿਆਰ ਕੀਤੀ ਹੋਈ ਹੈ। ਜੇ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਕਰ ਦਿਓ, ਚੈਨਲ ਸਬਸਕ੍ਰਾਈਬ ਕਰ ਦਿਓ ਅਤੇ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ। ਰੱਬ ਰਾਖਾ।